सीएम ने ਜਿਹੜੇ ਚੰਨੀ ਉਹਨਾਂ ਨੇ ਕਹਿੰਦੇ ਰੋਕਿਆ ਸੀਗਾ ਪੁਲਿਸ ਨੂੰ ਮਨਾ ਕੀਤਾ ਸੀ ਕੈਂਸਲ ਕਰਨ ਲਈ ਕੇਸ ਕਿਹਾ ਸੀ ਤਾਂ ਪੁਲਿਸ ਨੇ ਤਾਂ ਇਹ ਕਿਹਾ ਕਿ ਇਹ ਕੇਸ ਦੇ ਵਿੱਚ ਪੂਰੀ ਸੱਚਾਈ ਹੈ ਪੂਰਾ ਟਰੂਥਫੁਲ ਹੈ ਅਸੀਂ ਇਹ ਕੇਸ ਕੈਂਸਲ ਨਹੀਂ ਕਰ ਸਕਦੇ ਸਰ ਸੀਐਮ ਤੱਕ ਤੇ ਗੋਡੇ ਫੜ ਕੇ ਬੈਠਾ ਹੋਇਆ ਉਹ ਜੇ ਕਿਉਂਕਿ ਸੀਐਮ ਹੀ ਬਚਾ ਸਕਦਾ ਉਹਨੂੰ ਹੋਰ ਕੋਈ ਨਹੀਂ ਬਚਾ ਸਕਦਾ मैं बेले बंदे का किसी गल का जवाब नहीं देना मैं बेले बंदे का किसी गल का जवाब नहीं देना इंसाफ जिहड़ा अदालत ने देना उस पर पूर्ण विश्वास है कह दिता मैं तेरे हुण गल का जवाब लग दे कह दिता खबर लुधियाना तो है ਜ਼ਬਰ ਜਨਾਹ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਪੁਲਿਸ ਵੱਲੋਂ ਬੀਤੇ ਦਿਨੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਉਹਨਾਂ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰਕੇ 18 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਹੁਣ ਬੈਂਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ ਪੀੜਤਾ ਨੇ ਵੀ ਕਿਹਾ ਹੈ ਕਿ ਉਹ ਉਦੋਂ ਤੱਕ ਧਰਨਾ ਦਿੰਦੀ ਰਹੇਗੀ ਜਦੋਂ ਤੱਕ ਬੈਂਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉੱਥੇ ਹੀ ਕੇਸ ਵਿੱਚ ਵਕੀਲ ਅਤੇ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਟਾਂਡਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਪਾਏ ਜਾ ਰਹੇ ਦਬਾਅ ਦੇ ਕਾਰਨ ਕੇਸ ਇੱਥੇ ਤੱਕ ਪਹੁੰਚਿਆ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਚਾਰਜ ਸ਼ੀਟ ਦਾਖਲ ਕਰਨ ਵਾਲੇ ਪੁਲਿਸ ਅਫਸਰਾਂ ਦੀ ਉਹ ਸ਼ਲਾਘਾ ਕਰਦੇ ਨੇ ਦੇਖਦੇ ਹਾਂ ਕੀ ਹੈ ਇਹ ਪੂਰਾ ਮਾਮਲਾ ਸਰ ਇਹ ਹੈ ਕਿ ਹੁਣ ਪੁਲਿਸ ਨੂੰ ਆਪਣੇ ਪੋਲੀਟੀਕਲ ਪ੍ਰੈਸ਼ਰ ਨੂੰ ਪਰੇ ਕਰਕੇ ਇਹਨੂੰ ਅਰੈਸਟ ਕਰਨਾ ਚਾਹੀਦਾ ਹੈ ਹੁਣ ਤਾਂ ਚਲਾਨ ਵੀ ਪੇਸ਼ ਹੋ ਚੁੱਕਿਆ ਹੈ ਕੋਰਟ ਦੇ ਵਿੱਚ ਤੁਹਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹਾਂਜੀ ਸਰ ਹੈ ਪ੍ਰਸ਼ਾਸਨ ਤੇ ਤਾਂ ਨਹੀਂ ਹੈ ਮੈਨੂੰ ਕੋਰਟ ਤੇ ਭਰੋਸਾ ਹੈ ਕੋਰਟ ਨੇ ਸਾਰਾ ਕੁਝ ਕੀਤਾ ਕੋਰਟ ਦੇ ਪ੍ਰੈਸ਼ਰ 'ਚ ਹੀ ਪੁਲਿਸ ਨੇ ਵੀ ਆਪਣੀ ਕਾਰਵਾਈ ਅੱਗੋਂ ਕੀਤੀ ਆ ਜੋ ਪ੍ਰੋਸੈਸਿੰਗ ਸੀਗੀ ਉਹਨਾਂ ਨੇ ਹੁਣ ਕਰੀ ਹੈ ਉਹ ਵੀ ਕੋਰਟ ਦੇ ਪ੍ਰੈਸ਼ਰ ਦਾ ਹਾਂਜੀ ਕੀ ਮੰਗ ਕਰਦੇ ਸਰ ਮੰਗ ਇਹੀ ਕਰਦੀ ਹੈ ਕਿ ਕੋਰਟ ਨੂੰ ਪੁਲਿਸ ਨੂੰ ਚਾਹੀਦਾ ਹੁਣ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕਿਉਂਕਿ ਕੋਰਟ ਨੇ ਪੁਲਿਸ ਦੇ ਬਿਲਕੁਲ ਹੀ ਹੱਥ ਖੋਲ ਦਿੱਤੇ ਆ ਹੁਣ ਤਾਂ ਕੋਰਟ ਦੇ ਆਰਡਰ ਹੀ ਨੇ ਨਾ ਇਹਨੂੰ ਅਰੈਸਟ ਕਰਨ ਦੇ ਤਾਂ ਅਰੈਸਟ ਕਰਨੇ ਚਾਹੀਦੇ ਤੁਹਾਨੂੰ ਲੱਗਦਾ ਬਿਨਾਂ ਚਲਾਨ ਤੋਂ ਬੰਦਾ ਬਾਹਰ ਸਕਦੇ ਹੋ ਕਿ ਪੋਲੀਟੀਕਲ ਪ੍ਰੈਸ਼ਰ ਕਿੰਨਾ ਹਾਵੀ ਹੋਇਆ ਭਾਰਤ ਭੂਸ਼ਣ ਆਸ਼ੂ ਨੂੰ ਹੁਣ ਤਾਂ ਸਾਰਾ ਕੁਝ ਦੱਸਣਾ ਚਾਹੀਦਾ ਹੈ ਨਾ ਕਿ ਕੋਰਟ ਦੇ ਵਿੱਚ ਚਲਾਨ ਵੀ ਪੇਸ਼ ਹੋ ਚੁੱਕਿਆ ਤੇ ਹੁਣ ਇਹਨੂੰ ਅਰੈਸਟ ਹੋਣ ਤੋਂ ਕਿਉਂ ਰੋਕਦੇ ਪਏ ਨੇ ਇਹਨੂੰ ਜਸਟੀਫਾਈ ਹੋਣਾ ਚਾਹੀਦੀ ਇਹ ਚੀਜ਼ ਕਿ ਇਹ ਜਲਦੀ ਤੋਂ ਜਲਦੀ ਅਰੈਸਟ ਹੋਣਾ ਚਾਹੀਦਾ ਇੱਕ ਗੱਲ ਸੁਣਨ ਚ ਆ ਰਹੀ ਹੈ ਵੀ ਉਹਨਾਂ ਦੀ ਗੱਲਬਾਤ ਵੀ ਹੋਈ ਹੈ ਜਦੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਗੱਲਬਾਤ ਹੋਈ ਹੈ ਸਰ ਹਾਂਜੀ ਚੰਨੀ ਸਾਹਿਬ ਹੈਗੇ ਨੇ ਸੀਐਮ ਨੇ ਜਿਹੜੇ ਚੰਨੀ ਉਹਨਾਂ ਨੇ ਕਹਿੰਦੇ ਰੋਕਿਆ ਸੀਗਾ ਪੁਲਿਸ ਨੂੰ ਮਨਾ ਕੀਤਾ ਸੀ ਕੈਂਸਲ ਕਰਨ ਲਈ ਕੇਸ ਕਿਹਾ ਸੀ ਤਾਂ ਪੁਲਿਸ ਨੇ ਤਾਂ ਇਹ ਕਿਹਾ ਕਿ ਇਹ ਕੇਸ ਦੇ ਵਿੱਚ ਪੂਰੀ ਸੱਚਾਈ ਹੈ ਪੂਰਾ ਟਰੂਥਫੁਲ ਹੈ ਅਸੀਂ ਇਹ ਕੇਸ ਕੈਂਸਲ ਨਹੀਂ ਕਰ ਸਕਦੇ ਮਤਲਬ ਸੀਐਮ ਤੱਕ ਹਾਂਜੀ ਸਰ ਸੀਐਮ ਤੱਕ ਤੇ ਗੋਡੇ ਫੜ ਕੇ ਬੈਠਾ ਹੋਇਆ ਉਹ ਜੇ ਕਿਉਂਕਿ ਸੀਐਮ ਹੀ ਬਚਾ ਸਕਦਾ ਉਹਨੂੰ ਹੋਰ ਕੋਈ ਨਹੀਂ ਬਚਾ ਸਕਦਾ ਲੱਗਦਾ ਕਿਸ ਦੀ ਸ਼ੈ ਹੋ ਸਕਦੀ ਹੈ ਜਿਹੜਾ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਸਰ ਇਹ ਭਾਰਤ ਭੂਸ਼ਣ ਆਸ਼ੂ ਜਿਹੜੀ ਇਹਨਾਂ ਦੀ ਦੋਸਤੀ ਉਹਦੀ ਵਾਈਫ ਨੇ ਕਿਹਾ ਹੀ ਸੀਗਾ ਮੀਡੀਆ ਦੇ ਵਿੱਚ ਕਿ ਦੋਨਾਂ ਦੀ ਦੋਸਤੀ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਬੈਂਸ ਦੋਨੋਂ ਦੋਸਤ ਨੇ ਸਾਨੂੰ ਉਹਦੇ ਨਾਲ ਖੜਨਾ ਪਿਆ ਮੀਡੀਆ 'ਚ ਸ਼ਰੇਆਮ ਕਿਹਾ ਉਹਨਾਂ ਨੇ ਇਹ ਚੀਜ਼ ਤਾਂ ਉਹ ਦਿਖ ਵੀ ਰਹੀ ਹੈ ਤੁਹਾਨੂੰ ਵੀ ਦਿਖ ਰਹੀ ਹੈ ਸਭ ਨੂੰ ਦਿਖ ਰਹੀ ਹੈ ਪੰਜਾਬ ਦੇ ਵਿੱਚ ਪੂਰੇ ਲੁਧਿਆਣੇ 'ਚ ਦਿਖ ਰਹੀ ਹੈ ਕਿ ਪੋਲੀਟੀਕਲ ਪ੍ਰੈਸ਼ਰ ਆ ਕਿ ਇਹਨੂੰ ਅਰੈਸਟ ਨਹੀਂ ਹੋ ਰਿਹਾ ਉਮੀਦ ਤੁਹਾਨੂੰ ਕਿੰਨੀ ਕੁ ਲੱਗਦੀ ਹਾਂਜੀ ਉਮੀਦ ਕਿੰਨੀ ਕੁ ਲੱਗਦੀ ਕਿਉਂਕਿ ਤੁਹਾਨੂੰ 9 ਮਹੀਨੇ ਦੇ ਕਰੀਬ ਸਰ ਇਹ ਤਾਂ ਹੋਣਾ ਚਾਹੀਦਾ ਹੁਣ ਤਾਂ ਕੋਰਟ ਦੀ ਪ੍ਰੋਸੈਸਿੰਗ ਹੈ ਤਾਂ ਹੋਊਗੀ ਹੁਣ ਫਿਰ ਮੰਤਰੀ ਵੀ ਕੀ ਕਰ ਲੂਗੇ ਇਹਦੇ ਵਿੱਚ ਕੋਰਟ ਦੇ ਸਾਹਮਣੇ ਸਾਰੇ ਹੀ ਕੋਰਟ ਦਾ ਹੁਕਮ ਆ ਜਿਹੜਾ ਉਹ ਤਾਂ ਮੰਨਣਾ ਹੀ ਪੈਣਾ ਇਹਨਾਂ ਨੂੰ ਕਦੋਂ ਤੱਕ ਧਰਨੇ ਤੇ ਤੁਸੀਂ ਇੱਦਾਂ ਬੈਠੇ ਰਹੋਗੇ ਜਦ ਤੱਕ ਇਹ ਬੰਦਾ ਅਰੈਸਟ ਨਹੀਂ ਹੁੰਦਾ ਜੇਲ੍ਹ ਨਹੀਂ ਜਾਂਦਾ ਤਦ ਤੱਕ ਧਰਨਾ ਨਹੀਂ ਖਤਮ ਕਰਨਾ ਮੈਂ ਵਿਹਲੇ ਬੰਦੇ ਦਾ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਮੈਨੂੰ ਕੋਰਟ ਦੇ ਉੱਤੇ ਪੂਰਨ ਵਿਸ਼ਵਾਸ ਹੈ ਮੇਰੇ ਤੇ ਇੱਕ ਨਹੀਂ 27 FIR ਆ ਇਹ ਤਾਂ ਮੈਨੂੰ ਰੋਜ਼ ਕੈਦੀ ਨੰਬਰ ਦਿੰਦਾ ਇਹ ਮੈਨੂੰ ਰੋਜ਼ ਕੁਛ ਨਾ ਕੁਛ ਭੇਜਦਾ ਸੋ ਮੈਂ ਫਿਰ ਕਹੂੰਗਾ ਕਿ ਮੈਨੂੰ ਇੱਦਾਂ ਦੇ ਬੰਦਿਆਂ ਦਾ ਜਵਾਬ ਦੇਣ ਦੀ ਵੀ ਕੋਈ ਜ਼ਰੂਰਤ ਨਹੀਂ ਮੈਨੂੰ इंसाफ जिहड़ा अदालत ने देना उस पर पूर्ण विश्वास है कह दिता मैं तेरे हुण गल दा जवाब लग दे कह दिता देखो जबर जनाह के मामले ਜਿਹੜਾ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ 16 ਨਵੰਬਰ ਨੂੰ ਇਸ ਭੈਣ ਨੇ ਕੰਪਲੇਂਟ ਦਿੱਤੀ ਸੀ 20 ਨਵੰਬਰ ਨੂੰ ਅਸੀਂ ਇਹਦਾ ਘਰ ਘੇਰਿਆ ਸੀਗਾ जुलाई ਦੇ ਵਿੱਚ ਪਹਿਲੀ ਜਿੱਤ ਹੋਈ ਹੈ ਜਿਹੜੀ FIR ਹੋਈ ਹੈ ਜਿੱਥੇ ਕਈ ਪੁਲਿਸ ਵਾਲਿਆਂ ਨੇ ਬੈਂਸ ਦੀ ਮਦਦ ਕੀਤੀ ਹੈ
ਉੱਥੇ ਕੁਝ ਪੁਲਿਸ ਵਾਲੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਉਹਨਾਂ ਨੇ ਉਹ FIR ਦਰਜ ਕਰਕੇ ਜਿਹੜਾ ਚਲਾਨ ਪੇਸ਼ ਕੀਤਾ ਗਿਆ, ਕੋਰਟ ਹੋ ਗਿਆ, ਟੂ ਕੋਰਟ ਹੋ ਚੁੱਕਾ। ਮੈਂ ਸਮਝਦਾ ਕਿਤੇ ਨਾ ਕਿਤੇ ਕਾਨੂੰਨ 'ਚ ਆਸ ਲੋਕਾਂ ਦੀ ਵੱਜਦੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਦਾ ਆ, ਇਹਦਾ ਚਲਾਨ ਪੇਸ਼ ਹੋ ਚੁੱਕਾ, ਦੋਸ਼ੀ ਸਾਬਤ ਹੋ ਚੁੱਕਾ। ਜਿਹੜੀਆਂ ਇਹਦੀਆਂ ਲੋਕੇਸ਼ਨਾਂ ਮੈਚ ਕਰ ਚੁੱਕੀਆਂ, ਜਿਹੜੇ ਇਹਦੇ ਘਰ ਦੇ ਅੰਦਰ ਜਿਸ ਵੇਲੇ ਇਹ ਜਬਰ ਜਨਾਹ ਕੀਤਾ ਗਿਆ ਉਹਦੀਆਂ ਲੋਕੇਸ਼ਨਾਂ ਵੀ ਮੈਚ ਕਰ ਗਈਆਂ। ਜਿਹੜਾ ਭਾਬੀ ਦੇ ਘਰ ਜਿਹੜਾ ਕੁਕਰਮ ਕੀਤਾ ਉਹਦੀਆਂ ਲੋਕੇਸ਼ਨਾਂ ਵੀ ਮੈਚ ਕਰ ਗਈਆਂ। ਜਿਹੜੇ ਦੇ ਭਰਾ ਨੇ ਇਸ ਬੀਬੀ ਦੇ ਘਰ ਜਾ ਕੇ ਧਮਕੀਆਂ ਦਿੱਤੀਆਂ ਉਹਦੀਆਂ ਲੋਕੇਸ਼ਨਾਂ ਵੀ ਮੈਚ ਹੋ ਚੁੱਕੀਆਂ। ਮੈਂ ਸਮਝਦਾ ਹੁਣ ਆਸ ਵੱਜ ਚੁੱਕੀ ਹੈ। ਜਿਹੜਾ ਕ੍ਰਿਮੀਨਲ ਦੋਸ਼ੀ ਹੈ, ਜਿਹਨੂੰ ਕਾਂਗਰਸ ਸਰਕਾਰ ਲਗਾਤਾਰ ਬਚਾ ਰਹੀ ਸੀ, ਉਹ ਅੱਜ ਬੜੀ ਜਲਦੀ ਜਿਹੜੇ ਸਬੂਤ ਸਾਹਮਣੇ ਆ ਰਿਹਾ, ਜਿਹੜਾ ਕੋਰਟ ਦੇ ਵਿੱਚ ਜਾ ਚੁੱਕਾ, ਬੜੀ ਜਲਦੀ ਇਹ ਸਲਾਖਾਂ ਦੇ ਪਿੱਛੇ ਹੋਊਗਾ। ਤੇ ਮੈਂ ਸਮਝਦਾ ਜਿਹੜੀ ਇਹ ਔਰਤ ਹੈ, ਇਹਦੀ ਮਦਦ ਨਾ ਗੋਸ਼ਾ ਮਦਦ ਕਰ ਰਿਹਾ, ਨਾ ਢਾਂਡਾ ਸਾਹਿਬ ਮਦਦ ਕਰ ਰਹੇ, ਨਾ ਸ਼ੇਖੋ ਸਾਹਿਬ ਮਦਦ ਕਰ ਰਹੇ। ਇਹਦੀ ਮਦਦ ਪਰਮਾਤਮਾ ਕਰ ਰਿਹਾ, ਕਿਉਂਕਿ ਇਹ ਬੀਬੀ ਲਗਾਤਾਰ ਇੱਥੋਂ 1 ਸਾਲ ਦੇ ਕਰੀਬ ਹੋ ਗਈ ਹੈ ਬੈਠੀ ਨੂੰ, ਤੇ ਜਿਹੜੀ ਲਗਾਤਾਰ ਪਰਮਾਤਮਾ ਦੇ ਨਾਮ ਨਾਲ ਜੁੜੀ ਰਹਿੰਦੀ ਆ। ਕਈ ਧਰਨਿਆਂ ਦੇ ਵਿੱਚ ਤਾਂ ਲੰਗਰ ਪਾਣੀ ਮਿਲ ਜਾਂਦਾ ਆ, ਪਰ ਇਸ ਬੀਬੀ ਨੂੰ ਕੋਈ ਲੰਗਰ ਪਾਣੀ ਨਹੀਂ ਮਿਲਦਾ, ਇਹ ਸਿਰਫ ਨਾਮ ਦਾ ਲੰਗਰ ਖਾ ਰਹੀ ਆ। ਤੇ ਮੈਂ ਸਮਝਦਾ ਇਹਦੀ ਇਹੀ ਜਿੱਤ ਹੈ, ਦ੍ਰਿੜਤਾ। ਆਉਣ ਵਾਲੇ ਟਾਈਮ 'ਚ ਇਹਦੀਆਂ ਮਿਸਾਲਾਂ ਲੋਕ ਦਿਆ ਕਰਨਗੇ, ਕਿਉਂਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇੱਕ ਇਕੱਲੀ ਬੀਬੀ ਵੱਲੋਂ ਐਡੀ ਲੰਬੀ ਲੜਾਈ ਨਹੀਂ ਲੜੀਗੀ। ਤੇ ਮੈਂ ਸਮਝਦਾ ਸਾਰਿਆਂ ਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਹੈ, ਤੇ ਆਉਣ ਵਾਲੇ ਟਾਈਮ 'ਚ ਉਹ ਦੋਸ਼ੀ ਸਲਾਖਾਂ ਦੇ ਪਿੱਛੇ ਹੋਊਗਾ ਤੇ ਲੋਕਾਂ ਦੀ ਜਿੱਤ ਹੋਈ। ਇਨਸਾਫ ਦੀ ਜਿੱਤ ਦੇ ਨਾਲ ਇੱਕ ਤਾਰੀਖ ਲਿਖੀ ਗਈ ਹੈ, ਇੱਕ ਇਤਿਹਾਸ ਲਿਖਿਆ ਗਿਆ ਹੈ ਕਿ ਬੇਈਮਾਨ ਅਫਸਰ ਜ਼ਰੂਰ ਹੈ ਪੰਜਾਬ ਦੇ ਵਿੱਚ, ਪਰ ਕੁਝ ਉਹ ਹੈ ਜਿਹੜੇ ਹਲੇ ਵੀ ਸੱਚ ਦਾ ਸਹਾਰਾ ਲੈਂਦੇ। ਇਹ ਉਹ ਅਫਸਰਾਂ ਨੇ ਚਲਾਨ ਲਿਖਿਆ ਹੈ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ। ਇਹ ਉਹ ਅਫਸਰਾਂ ਨੇ ਚਲਾਨ ਲਿਖਿਆ ਹੈ ਜਿਨ੍ਹਾਂ ਦੇ ਵਿੱਚ ਹਜੇ ਵੀ ਆਪਣੀ ਵਰਦੀ ਦੇ ਨਾਲ ਪਿਆਰ ਹੈ ਤੇ ਆਪਣੇ ਮੋਢੇ ਤੇ ਲੱਗੇ ਜਿਹੜੇ ਤਾਰੇ ਹੈ ਉਹਨਾਂ ਦੀ ਇੱਜ਼ਤ ਹੈ। ਮੈਂ ਉਸ ਅਫਸਰਾਂ ਦਾ ਧੰਨਵਾਦ ਤਾਂ ਨਹੀਂ ਕਰੂੰਗਾ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕੀਤੀ ਹੈ। ਉਹਨਾਂ ਨੂੰ ਨਮਸਤਕ ਹੋ ਕੇ ਉਹਨਾਂ ਦੇ ਚਰਨਾਂ 'ਚ ਸਲਾਮ ਕਰੋ ਤੇ ਆਸ ਰੱਖਦਾ ਹੈ ਕਿ ਜਿਹੇ ਅਫਸਰਾਂ ਦੀ ਗਿਣਤੀ ਵਧੇ। ਇਹ ਕੁਰਸੀ ਤੇ ਬੈਠ ਕੇ ਨੋਟ ਬਟੋਰਨ ਵਾਲੇ ਜਿਹੜੇ ਅਫਸਰ ਹੈ ਉਹਨਾਂ ਨੂੰ ਚੱਲਦੇ ਕਰਨਾ ਚਾਹੀਦਾ। ਕਿੱਥੇ ਬੈਠਾ ਦਿਨਕਰ ਗੁਪਤਾ ਅੱਜ? ਉਹਨੂੰ ਹੰਕਾਰ ਸੀ ਆਪਣੀ ਕੁਰਸੀ ਦਾ। ਉਹ ਤੈਨੂੰ ਕੁਰਸੀ ਸਿਆਸਤ ਦੇ ਥੱਲੇ ਲੱਗ ਕੇ ਗੋਡੇ ਟੇਕ ਕੇ ਮਿਲੀ ਹੋਈ ਕੁਰਸੀ ਦਾ ਤੈਨੂੰ ਕੀ ਮਿਲਿਆ? ਜਿਹੜਾ ਅਫਸਰ ਸੰਵਿਧਾਨ ਦੇ ਤਹਿਤ ਕੰਮ ਨਹੀਂ ਕਰ ਸਕਦਾ, ਉਹਨੂੰ ਕੁਰਸੀ ਤੇ ਬਿਰਾਜਮਾਨ ਹੋਣ ਦਾ ਕਦੇ ਵੀ ਕੋਈ ਹੱਕ ਨਹੀਂ ਹੈ। ਜਿੰਨਾ ਮਰਜ਼ੀ ਮੈਨੂੰ ਵੰਗਾਰ ਲੈਣ, ਜਿੰਨਾ ਮਰਜ਼ੀ ਡਰਾ ਲੈਣ, ਮੈਨੂੰ ਜਿੰਨਾ ਮਰਜ਼ੀ ਇਹਨਾਂ ਨੇ ਗਾਲਾਂ ਕੱਢੀਆਂ, ਇਹਨਾਂ ਦੇ ਬੰਦੇ ਜਿਹਨੂੰ ਮੈਂ ਪਿਛਲੀ ਵਾਰ ਗਲਤੀ ਨਾਲ ਇੱਕ ਸ਼ਬਦ ਕਹਿ ਗਿਆ ਸੀ, ਦੱਲੇ ਦਾ ਮਕਸਦ ਹੁੰਦਾ ਏਜੰਟ। ਉਹਨਾਂ ਨੂੰ ਗੁੱਸਾ ਆਇਆ, ਮੈਂ ਮਾਫੀ ਮੰਗਦਾ ਉਹਨਾਂ ਤੋਂ ਕਿ ਮੈਂ ਸ਼ਬਦ ਇਸਤੇਮਾਲ ਕੀਤਾ। ਪਰ ਤੁਸੀਂ ਉਹਨਾਂ ਦੇ ਕਹੇ ਦੇ ਉੱਤੇ ਝੂਠ ਕੁਫਰ ਕਿਉਂ ਤੋਲਦੇ ਹੋ? ਤੁਸੀਂ ਵੀ ਸਮਝੋ ਕਿਹੜਾ ਗੁਨਾਹ ਹੁੰਦਾ, ਗੁਨਾਹ ਹੁੰਦਾ। ਜਿਹੜਾ ਗੁਨਾਹਗਾਰ ਹੁੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਤੁਸੀਂ ਲੋਕ ਇਹਨਾਂ ਦੇ ਅੱਗੇ ਲੱਗ ਕੇ ਇਹਨਾਂ ਦਾ ਸਾਥ ਦਿੰਦੇ ਹੋ ਤੇ ਕਾਨੂੰਨ ਨੂੰ ਕਮਜ਼ੋਰ ਕਰਦੇ ਹੋ, ਕਾਨੂੰਨ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਹੋ, ਤੁਸੀਂ ਸਮਾਜ ਨੂੰ ਕਮਜ਼ੋਰ ਕਰਦੇ ਹੋ, ਤੁਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਦੇ ਹੋ ਜਿਹੜੇ ਬਾਬਾ ਸਾਹਿਬ ਨੇ ਲਿਖਿਆ। ਤੁਸੀਂ ਜਿਹੜੀ ਸਰਕਾਰ ਦਾ ਢਾਂਚਾ ਹੈ ਉਹਨੂੰ ਢਾਹ ਢੇਰੀ ਕਰਦੇ ਹੋ। ਇਹ ਉਹਨਾਂ ਨੂੰ ਬੇਨਤੀ ਕਰੂੰਗਾ ਭਰਾਵਾਂ ਨੂੰ, ਇਹਨਾਂ ਦੇ ਕਹੇ ਤੇ ਇਸ ਕਿਸਮ ਦੀਆਂ ਗੱਲਾਂ ਵਿੱਚ ਨਾ ਆਓ। ਹੁਣ ਵੀ ਮੇਰੇ ਤੇ ਹਮਲੇ ਹੋ ਰਹੇ 3 ਦਿਨ ਦੇ। ਇੱਕ ਹੋਰ ਗੱਲ ਨੂੰ ਉਹਦਾ ਮੈਂ ਫੇਰ ਜਵਾਬ ਦਊਂਗਾ। ਮੈਨੂੰ ਧਮਕੀਆਂ ਪਰ ਟੈਲੀਫੋਨ ਵੀ ਕੱਲ ਆ ਗਏ ਹੈ, ਮੈਂ ਉਹ ਸ਼ੇਅਰ ਕਰ ਚੁੱਕਾ ਹੈ ਜਿਹਦੇ ਨਾਲ ਜ਼ਰੂਰਤ ਸੀਗੀ, ਪਰ ਇਹਦੇ ਨਾਲ ਮੈਂ ਡਰੂੰਗਾ ਨਹੀਂ। ਮੈਨੂੰ ਕੋਈ ਸ਼ਕਤੀ ਇਸ ਦੁਨੀਆ ਦੀ ਮੇਰੀ ਜ਼ੁਬਾਨ ਬੰਦ ਨਹੀਂ ਕਰ ਸਕਦੀ। ਜਿੰਨੀ ਦੇਰ ਤੱਕ ਮੇਰਾ ਦਿਲ ਧੜਕਦਾ ਮੇਰੀ ਜ਼ੁਬਾਨ ਖੁੱਲੀ ਰਹੂਗੀ। ਮੇਰੇ ਉਪਰਾਲੇ ਨਿਰੰਤਰ ਰਹਿਣਗੇ। ਇਸ ਪੀੜਿਤ ਦੇ ਨਾਲ ਮੈਂ ਅੰਤ ਤੱਕ ਸਾਥ ਦਊਂਗਾ। ਪਹਿਲਾ ਪੜਾਅ ਜਿੱਤਿਆ ਸੀ FIR ਨਾਲ। 173 CRPC ਦੇ ਵਿੱਚ ਲਿਖਿਆ ਹੋਇਆ ਹੈ ਕਿ 2 ਮਹੀਨਿਆਂ ਦੇ ਵਿੱਚ ਸ਼ੈਲ ਵਰਡ ਹੈ ਕਿ 2 ਮਹੀਨਿਆਂ ਚਲਾਨ ਦੇਣਾ ਚਾਹੀਦਾ ਹੈ। ਇਹਨਾਂ ਨੇ 4 ਮਹੀਨੇ ਅਦਾਲਤ ਦੀ ਫਟਕਾਰ ਦੇ ਬਾਅਦ ਦਿੱਤਾ, ਨਹੀਂ ਤਾਂ ਸ਼ਾਇਦ ਇਹ ਵੀ ਨਾ ਦਿੰਦੇ। ਇਹਨੂੰ ਕੈਂਸਲੇਸ਼ਨ ਭਰਨ ਦੀ ਕੋਸ਼ਿਸ਼ ਕੀਤੀ ਗਈ, ਅਫਸਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਹਾਦਰ ਅਫਸਰਾਂ ਨੇ ਸਿੱਧਾ ਕਿਹਾ ਕਿ ਨਹੀਂ, ਇਹ ਸੱਚਾ ਕੇਸ ਹੈ, ਇਹਦੇ ਤੇ ਗਵਾਹੀਆਂ ਮੇਲ ਖਾਂਦੀਆਂ, ਇਹ ਕੈਂਸਲ ਨਹੀਂ ਕੀਤਾ ਜਾ ਸਕਦਾ। ਇਸ ਹਾਲਾਤ ਦੇ ਵਿੱਚ ਮੈਂ ਸਮਝਦਾ ਫੇਰ
ਕਿ ਜਿਹੜਾ ਚਲਾਨ ਦਿੱਤਾ ਗਿਆ ਦੂਜੀ ਪੜਾਅ ਦੀ ਜਿੱਤ ਹੈ। ਤੀਜੇ ਪੜਾਅ ਦੀ ਜਿੱਤ ਹੋਊਗੀ ਜਦ ਕਾਨੂੰਨ ਇਹਨਾਂ ਨੂੰ ਆਪਣੀ ਹਿਰਾਸਤ ਚ ਲਊਗਾ। ਉਹ ਤੀਜਾ ਪੜਾਅ ਵੀ ਆਉਣ ਵਾਲਾ ਹੈ, ਉਹ ਵੀ ਆਊਗਾ। ਚੌਥਾ ਪੜਾਅ ਆਊਗਾ ਜਦ ਢੁਕਵੀਂ ਸਜ਼ਾ ਮਿਲੂਗੀ, ਉਹ ਪੜਾਅ ਵੀ ਜ਼ਰੂਰ ਆਊਗਾ। ਮੈਨੂੰ ਵਿਸ਼ਵਾਸ ਹੈ ਜਿੰਨਾ ਮਰਜ਼ੀ ਇਹ ਤੰਗ ਕਰ ਲੈਣ, ਪਰੇਸ਼ਾਨ ਕਰ ਲੈਣ। ਇਸ ਹੋਇਆ ਕਿਉਂ ਹੈ? ਇਹ ਹੋਇਆ ਇਸ ਲਈ ਹੈ ਕਿ ਜਿਹੜੀ ਪੀੜਤ ਹੈ ਉਹਦੇ ਚ ਵਚਨਬੱਧਤਾ ਹੈ। ਜੇ ਪੀੜਤ ਚ ਵਚਨਬੱਧਤਾ ਨਾ ਹੁੰਦੀ ਤੇ ਨਾ ਹੋ ਸਕਦਾ। ਇਹ ਪੀੜਤ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਹਰ ਔਰਤ ਦੀ ਵਿਸ਼ਵਾਸ ਦੀ ਇੱਕ ਪ੍ਰਤੀਕ ਬਣੀ ਹੈ। ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਕਰਨ ਲਈ, ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਭਰੋਸਾ ਜਤਾਉਣ ਲਈ ਇਸ ਔਰਤ ਨੇ ਇੱਕ ਬਹੁਤ ਵੱਡਾ ਕਰਮ ਕੀਤਾ ਹੈ, ਇੱਕ ਬਹੁਤ ਵੱਡਾ ਪੁੰਨ ਕੀਤਾ ਹੈ। ਇਸ ਔਰਤ ਨੇ ਇਹ ਸਾਬਤ ਕੀਤਾ ਹੈ ਕਿ ਜੇ ਤੁਸੀਂ ਸੱਚ ਦੀ ਲੜਾਈ ਲੜਦੇ ਹੋ ਤੁਹਾਨੂੰ ਕੋਈ ਡਰਾ ਧਮਕਾ ਨਹੀਂ ਸਕਦਾ। ਤੇ ਮੈਂ ਪੂਰੀ ਹਿੰਦੁਸਤਾਨ ਦੀ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ ਇਹ ਸੁਨੇਹਾ ਦਊਂਗਾ ਕਿ ਜਿਹੜਾ ਇਹ ਜਿਹਾ ਕਰੋਨਾ ਪਾਪ ਹੁੰਦਾ ਹੈ ਇਹ ਕੋਈ ਕਿਸੇ ਕਿਸਮ ਦੀ ਸ਼ਰਮ ਦੀ ਗੱਲ ਨਹੀਂ ਹੈ। ਇਹ ਉਸ ਕਿਸਮ ਦੀ ਸੱਟ ਹੈ ਜਿਹੜੀ ਚਾਹੇ ਤੁਹਾਡੇ ਸਰੀਰ ਤੇ ਬਾਂਹ ਕੱਟ ਕੇ, ਲੱਤ ਕੱਟ ਕੇ, ਸਿਰ ਪਾੜ ਕੇ ਹੋ ਜਾਵੇ। ਖੜਨਾ ਚਾਹੀਦਾ, ਨਿਕਲਣਾ ਚਾਹੀਦਾ, ਬੋਲਣਾ ਚਾਹੀਦਾ। ਮੈਂ ਵੀ ਕਹੂੰਗਾ ਦੂਜੀ ਪੀੜਿਤ ਨੂੰ, ਉਹ ਵੀ ਬੜੀ ਪਰੇਸ਼ਾਨ ਹੋਣੀ ਹੈ। ਮੈਂ ਸਮਝਦਾ ਕਿ ਉਹਨੂੰ ਕਿਸ ਹਾਲਾਤ ਦੇ ਵਿੱਚ ਉਹਨੂੰ ਮੁਕਰਾਇਆ ਗਿਆ ਹੈ। ਮੇਰੇ ਖਿਲਾਫ ਵੀ ਬੁਲਾਇਆ ਗਿਆ ਹੈ। ਜੋ ਮੇਰੇ ਖਿਲਾਫ ਬੁਲਾਇਆ ਮੈਂ ਕੋਈ ਉਹਦਾ ਬੁਰਾ ਨਹੀਂ ਮਨਾਉਂਦਾ। ਮੈਂ ਉਹਨੂੰ ਵੀ ਕਹੂੰਗਾ ਕਿ ਤੂੰ ਬੜੀਆਂ ਬੇਸਹਾਰਾ ਔਰਤਾਂ ਦਾ ਭਰੋਸਾ ਤੋੜਿਆ, ਉਹਨਾਂ ਦੀ ਵਚਨਬੱਧਤਾ ਤੋੜੀ, ਉਹਨਾਂ ਦੀ ਦ੍ਰਿੜਤਾ ਤੋੜੀ, ਉਹਨਾਂ ਨੂੰ ਕਮਜ਼ੋਰੀ ਦਿੱਤੀ ਹੈ ਜਦ ਕਿ ਉਹਨਾਂ ਨੂੰ ਸ਼ਕਤੀ ਦੇਣੀ ਚਾਹੀਦੀ ਹੈ, ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ, ਉਹਨਾਂ ਨੂੰ ਇੱਕ ਆਸ ਦੇਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਵਿੱਚ ਜੇ ਕੋਈ ਵੀ ਕੁਕਰਮ ਕਰਦਾ ਉਹਨੂੰ ਸਜ਼ਾ ਮਿਲੂਗੀ, ਚਾਹੇ ਉਹ ਜਿੱਡਾ ਮਰਜ਼ੀ ਵੱਡਾ ਹੋਵੇ, ਜਿਹੜੇ ਮਰਜ਼ੀ ਉਚੇਰੀ ਜਗ੍ਹਾ ਤੇ ਸਥਾਪਿਤ ਹੋਵੇ। ਮੈਂ ਆਪ ਸਭ ਦੇ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦਾ, ਹਲੇ ਵੀ ਸਾਡੇ ਜਮਹੂਰੀਅਤ ਗਰਕ ਨਹੀਂ ਹੋਈ। ਹਲੇ ਵੀ ਸਾਡੀ ਜਮਹੂਰੀਅਤ ਦੇ ਵਿੱਚ ਚਾਹੇ ਉਹਦੀ ਰੋਸ਼ਨੀ ਘੱਟ ਹੈ, ਉਹ ਚਿਰਾਗ ਬਲਦਾ ਹੈ, ਉਹ ਚਿਰਾਗ ਜਗਦਾ ਹੈ ਜਿਹੜਾ ਤੁਹਾਨੂੰ ਵਿਸ਼ਵਾਸ ਦਿੰਦਾ ਹੈ, ਜਿਹੜਾ ਪੁਲਿਸ ਮਹਿਕਮੇ ਦੇ ਵਿੱਚ ਵੀ ਲੋਕਾਂ ਦਾ ਵਿਸ਼ਵਾਸ, ਦ੍ਰਿੜਤਾ, ਸਥਿਰਤਾ ਦੇ ਰੂਪ ਦੇ ਵਿੱਚ ਕਾਇਮ ਕਰਦਾ ਹੈ। ਮੈਂ ਉਸ ਪੁਲਿਸ ਅਫਸਰਾਂ ਨੂੰ ਮੁੜ ਕੇ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਮੈਂ ਇੱਕ ਵਾਰ ਫੇਰ ਪੰਜਾਬ ਸਰਕਾਰ ਨੂੰ ਸਵਾਲ ਖੜਾ ਕਰਨਾ ਚਾਹੁੰਦਾ। ਤੁਸੀਂ ਜੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਤੋਂ, ਉਹਦੇ ਨਾਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਡਰਦੇ ਹੋ, ਤੁਹਾਨੂੰ ਖੌਫ ਹੈ ਕਿ ਲਾਅ ਐਂਡ ਆਰਡਰ ਪ੍ਰੋਬਲਮ ਹੋ ਜਾਊਗੀ, ਕਿਆ ਤੁਸੀਂ ਇਸ ਪੰਜਾਬ ਦੇ ਵਿੱਚ ਰਾਜ ਕਰਨ ਦੇ ਹੱਕ ਰੱਖਦੇ ਹੋ? ਜਵਾਬ ਦਿਓ। ਕਿਆ ਇਹੀ ਵਜ੍ਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਬੇਬਾਕੀ ਦੇ ਨਾਲ ਨਸ਼ੇ ਵਿਕ ਰਹੇ ਆ, ਤੁਸੀਂ ਫੜ ਨਹੀਂ ਸਕਦੇ? ਕਿਆ ਇਹੀ ਵਜ੍ਹਾ ਹੈ ਕਿ ਰੋਜ਼ ਗੈਂਗਸਟਰਸ ਫਰੋਖਤੀ ਮੰਗਦੇ ਆ, ਲੋਕ ਫਰੋਖਤੀ ਦੇ ਰਹੇ ਆ, ਤੁਸੀਂ ਕਿਸੇ ਨੂੰ ਫੜਦੇ ਨਹੀਂ? ਇਹੀ ਵਜ੍ਹਾ ਹੈ ਕਿ ਤੁਸੀਂ ਕਮਜ਼ੋਰ ਹੋ, ਤੁਹਾਡੀ ਸਰਕਾਰ ਦੇ ਵਿੱਚ ਵਿਸ਼ਵਾਸ ਨਹੀਂ, ਤੁਹਾਡੀ ਸਰਕਾਰ ਦੇ ਵਿੱਚ ਆਤਮ ਵਿਸ਼ਵਾਸ ਖਤਮ ਹੋ ਗਿਆ ਹੈ, ਤੁਸੀਂ ਆਪਣਾ ਜ਼ਿੰਮੇਵਾਰੀ ਮੁਲਜ਼ਮਾਂ ਨੂੰ ਫੜਨ ਦੀ ਨਿਭਾ ਨਹੀਂ ਸਕਦੇ। ਇਹ ਇਸ ਚਲਾਨ ਦੇ ਵਿੱਚ ਲਿਖਿਆ ਹੈ ਕਿ ਅਸੀਂ ਇਸ ਲਈ ਨਹੀਂ ਫੜਿਆ। ਇਹ ਕਨਫੈਸ਼ਨ ਹੈ ਸਰਕਾਰ ਦਾ ਕਿ ਸਾਡੇ ਗਿੱਟੇ ਤੇ ਗੋਡਿਆਂ 'ਚ ਦਮ ਨਹੀਂ ਹੈ, ਸਾਡੀ ਜਿਹੜੀਆਂ ਕਾਨੂੰਨ ਲਾਗੂ ਕਰਨ ਦੀਆਂ ਬਾਹਾਂ ਉਹ ਕੱਟੀਆਂ ਜਾ ਚੁੱਕੀਆਂ। ਜੇ ਇੰਨੀ ਕਮਜ਼ੋਰ ਸਰਕਾਰ ਹੈ, 1.5 ਮਹੀਨੇ ਤੱਕ ਤਾਂ ਜਾਣਾ ਹੀ ਹੈ, ਤੁਸੀਂ ਅੱਜ ਕਿਉਂ ਨਹੀਂ ਚੱਲਦੇ ਹੁੰਦੇ? ਨਾਲੇ ਤੁਹਾਡੀ ਕਾਟੋ ਕਲੇਸ਼ ਮੁੱਕੂ, ਆਪਸੀ ਲੜਾਈ ਮੁੱਕੂ, ਜਾਓ ਘਰ ਬੈਠੋ, ਗਵਰਨਰ ਰਾਜ ਹੋਣ ਦਿਓ ਤਾਂ ਕਿ ਲੋਕਾਂ ਨੂੰ ਇਨਸਾਫ ਤਾਂ ਮਿਲੇ। ਇਹੀ ਕਹਿੰਦਾ ਇਜਾਜ਼ਤ ਲੈਣਾ। ਬਹੁਤ ਬਹੁਤ ਧੰਨਵਾਦ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਇਹ ਖਾਸ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ। यानी कि 125 बीमारियां दा
संपूर्ण इलाज। फ्री रिलीफ विजिलैक्स वेट लूज। मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करदा है ते नरक भरी जिंदगी विच लियाउंदा है रौनक। फ्री रिलीफ पावर। कब्ज तो परेशान होने की हुण जरूरत नहीं है, कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 94 784 84087। नंबर एक बार फिर तुसी नोट कर सकते हो 9478 48 4087।